पाछे सुख सहजा हर आनंद हमारा आनंद हमारा अपने सतगुरु के बलिहार अपने सतगुरु के बलिहार अपने सतगुरु के बलिहार। वाहिगुरु साजी नवाजी साध संगत जियो अपनी रचना पवित्र करो। गाजी क्या आखो सतनाम श्री वाहिगुरू। अपने जीवन को सफला करने वास्ते साध संगत दे विच आए हो। चौंकड़ा मार के बैठना है, अपनी चित्त वृत्ति को एकाग्र करना है, डेरे की पूर्ण मर्यादा को कायम रखना है। ते साध संगत अपने चित्त को गुरु स्वरूप दे ध्यान विच ला देवो। कन्ना नूं गुरबाणी सुनन विच, नेत्रां नूं गुरु स्वरूप दे ध्यान विच ला के इस तरह साध संगत दे विच बैठो ते अपने जीवन को सफला करो। आप प्रेम सच्चे नाम दे अगे तेरा कम आवेगी। बीज लाल की हरी सच्चे नाम दे अगे तेरा कम आवेगी।
ਸਿਰਫ ਨਾਮ ਜਪਣ ਵਾਸਤੇ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਆਖਦੇ ਹਨ, ਭਈ ਪ੍ਰਾਪਤ ਮਾਨੁਖ ਦੇਹੁਰੀਆਂ, ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ। ਆਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਿਰਫ ਨਾਮ ਦਾ ਜਪ ਕਰ, ਹੋਰ ਕੰਮ ਤੇਰੇ ਕਿਸੇ ਲੇਖੇ ਵਿੱਚ ਨਹੀਂ ਆਉਣਗੇ। ਪਰ ਸਾਧ ਸੰਗਤ, ਇਹ 3.5 ਮਣ ਦੀ ਦੇਹੀ ਨੂੰ ਲੈ ਕੇ ਜੀਵ ਕੀ ਕਰਦਾ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪਿੱਛੇ ਭੱਜਾ ਫਿਰਦਾ ਹੈ। ਹੋਰ ਝੂਠੇ ਧੰਦਿਆਂ ਨੂੰ ਕਰਦਾ ਹੈ। ਧਨ ਦੌਲਤ ਇਕੱਠੀ ਕਰਨ ਤੇ ਲੱਗਾ ਰਹਿੰਦਾ ਹੈ। ਧੀਆਂ ਪੁੱਤਰਾਂ ਦੇ ਵਿੱਚ ਆਪਣਾ ਨਿਹੋ ਲਾ ਲੈਂਦਾ ਹੈ। ਆਪਣੇ ਆਪ ਨੂੰ ਬੜਾ ਦੁਨੀਆਦਾਰ ਸਦਵਾਉਂਦਾ ਹੈ ਕਿ ਮੈਂ ਗ੍ਰਸਤੀ ਹਾਂ, ਮੈਂ ਟੱਬਰ ਕਬੀਲੇ ਵਾਲਾ ਹਾਂ। ਤੇ ਉਹਨਾਂ ਦੀ ਪ੍ਰਤਿਪਾਲ ਕਰਨ ਵਾਸਤੇ ਫਿਰ ਕੀ ਕਰਦਾ ਹੈ? ਭਗਤ ਕਬੀਰ ਜੀ ਆਪਣੀ ਰਸਨਾ ਤੋਂ ਆਖਦੇ ਹਨ ਕਿ ਮਾਟੀ ਕੋ ਪੋਤਰਾ ਕੈਸੇ ਨਚਤ ਹੈ। ਇਹ 3.5 ਮਣ ਦੀ ਦੇਹੀ ਜੋ ਮਿੱਟੀ, ਅੱਗ, ਹਵਾ, ਪਾਣੀ ਅਤੇ ਆਕਾਸ਼ ਦੇ ਨਾਲ, 5 ਤੱਤਾਂ ਦੇ ਨਾਲ ਆਪਣਾ ਬਣੀ ਹੈ, ਉਸ ਨੂੰ ਲੈ ਕੇ ਭਗਤ ਕਬੀਰ ਜੀ ਆਖਦੇ ਹਨ ਕਿ ਕਿਸ ਤਰ੍ਹਾਂ ਦੇ ਨਾਲ ਨੱਚਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਣੈ ਬੋਲੇ ਦੌੜਿਓ ਫਿਰਤ ਹੈ। ਦੇਖਦਾ ਹੈ, ਸੁਣਦਾ, ਬੋਲਦਾ ਹੈ, ਦਿਨਾਂ ਰਾਤ ਝੂਠੇ ਧੰਦਿਆਂ ਦੇ ਲਈ ਨੱਠਾ ਭੱਜਾ ਫਿਰਦਾ ਹੈ, ਜਦ ਕਿ ਇਹਦੇ ਨਾਲ ਨਹੀਂ ਚੱਲਣੇ। ਦੇਖਿਆ ਦੇਖਿਆ ਸੁਣੈ ਬੋਲੇ ਦੌੜਿਓ ਫਿਰਤ ਹੈ, ਜਬ ਕਸ਼ ਪਾਵੈ ਤਬ ਗਰਵ ਕਰਤ ਹੈ। ਜਦੋਂ ਥੋੜੀ ਚੀਜ਼ ਪਾ ਲੈਂਦਾ ਹੈ ਫਿਰ ਹੰਕਾਰ ਕਰਨ ਲੱਗ ਪੈਂਦਾ ਹੈ। ਜਦੋਂ ਚੀਜ਼ ਤੋਂ ਖੁਸ਼ ਜਾਵੇ ਫਿਰ ਇਹ ਰੋਣ ਲੱਗ ਪੈਂਦਾ ਹੈ। ਤੇ ਫਰਮਾਨ ਕਰਦੇ ਹਨ, ਜਬ ਕਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਆਪਣੇ ਮੂਲ ਨੂੰ ਪਛਾਣਦਾ ਨਹੀਂ ਹੈ ਕਿ ਮੈਨੂੰ ਜਿਸ ਨੇ ਬਣਾਇਆ ਹੈ। ਜਿਸ ਵਕਤ ਮੈਂ ਮਾਤਾ ਦੇ ਉਦਰ ਵਿੱਚ ਸੀ, ਉਸ ਵਕਤ ਮੈਨੂੰ ਆਹਾਰ ਕੌਣ ਦਿੰਦਾ ਸੀ? ਜੇਕਰ ਇਹ ਗੱਲ ਇਹਦੇ ਧਿਆਨ ਦੇ ਵਿੱਚ ਆ ਜਾਵੇ, ਸੁਰਤ ਮਨ ਦੇ ਅੰਦਰ ਇਹ ਗੱਲ ਬੈਠ ਜਾਵੇ ਕਿ ਦੇਣ ਵਾਲਾ ਪਰਮੇਸ਼ਰ ਹੈ, ਤਾਂ ਸੰਤੋਖ ਦੇ ਵਿੱਚ ਰਹਿ ਕੇ ਉਹਦਾ ਨਾਮ ਜਪੇਗਾ। ਪਰ ਸਾਧ ਸੰਗਤ, ਇਹ ਗਿਆਨ ਸਾਧ ਸੰਗਤ ਤੋਂ ਬਿਨਾ ਕਦੇ ਵੀ ਨਹੀਂ ਮਿਲਿਆ ਕਰਦਾ। ਗੁਰੂ ਸਾਹਿਬ ਯਾਦ ਨਾ ਭਾਈ ਰੇ, ਗੁਰਵਿਣ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ, ਵੇਦ ਵਿਆਸੈ ਕੋਏ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਸ ਠਰਿਆ। ਇਸ ਲਈ ਜੋਸ਼ ਕਰ ਰਿਹਾ ਹੈ ਗੁਰੂ ਸਾਹਿਬ ਜਾਗਦਨ ਕਿ ਤੂੰ ਹੈ ਪੁਰਸ਼, ਹੈ ਜੀਵ ਸਭ ਝੂਠੇ ਧੰਦਿਆਂ ਵਿੱਚ ਲੱਗਾ ਹੋਇਆ। ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣਹੀ ਕਤ ਹੀ ਤੁਮ ਲੋਕ ਸੁਣਾਵੋ। ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਫਰਮਾਨ ਕਰਦੇ ਹਨ ਕਿ ਜੋ ਧੰਦੇ ਤੂੰ ਕੂੜੇ ਕਰ ਰਿਹਾ ਹੈ, ਇਹ ਨਾਸ਼ਵੰਤ ਹੈ, ਮਿੱਥਿਆ ਹੈ, ਨਾਲ ਨਹੀਂ ਚੱਲਣੇ। ਇਹਨਾਂ ਦਾ ਮੋਹ ਤਿਆਗ ਦੇ, ਇਹਨਾਂ ਦੀ ਪ੍ਰੀਤ ਛੱਡ ਕੇ ਸਿਰਫ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰ। ਗੁਰੂ ਸਾਹਿਬ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਕਰੋ ਬੇਨਤੀ, ਮੈਂ ਬੇਨਤੀ ਕਰਕੇ ਆਖਦਾ ਹਾਂ ਗੁਰਮੁਖ ਜਨੋ ਕਿ ਸੁਣੋ ਮੇਰੇ ਮੀਤਾ। ਸੰਦ ਟਹਿਲ ਕੀ ਬੇਲਾ, ਇਹਾਂ ਖਾਟ ਚੱਲੋ ਹਰ ਲਾਹਾ, ਅੱਗੇ ਵਸਨ ਸੁਹੇਲਾ। ਇੱਥੇ ਲਾਹਾ ਖੱਟ ਕੇ ਚੱਲੋ, ਨਾਮ ਜਪ ਕੇ ਚੱਲੋ, ਨਾਮ ਦਾ ਧਨ, ਨਾਮ ਦੀ ਪੂੰਜੀ ਲੈ ਕੇ ਚੱਲੋ, ਅੱਗੇ ਤੁਹਾਡਾ ਵਸਣਾ ਸੁਹੇਲਾ ਹੋ ਜਾਵੇਗਾ। ਗੁਰੂ ਸਾਹਿਬ ਜੀ ਬੇਨਤੀ ਕਰਕੇ ਕਹਿ ਰਹੇ ਹਨ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਇਸ ਲਈ ਸਾਧ ਸੰਗਤ ਗੁਰੂ ਸਾਹਿਬ ਜੀ ਆਖਦੇ ਹਨ ਕਿ ਅਗਲੇ ਲੋਕ ਵਿੱਚ ਜਾਣਾ ਹੈ। ਇਸ ਨੂੰ ਲੋਕ ਕਹਿੰਦਾ ਹੈ, ਅੱਗੇ ਜਿੱਥੇ ਜਾਣਾ ਹੈ ਉਸ ਨੂੰ ਪਰਲੋਕ ਕਹਿੰਦੇ ਹਨ। ਗੁਰੂ ਸਾਹਿਬ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਫਰਮਾਇਆ ਹੈ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਜਦ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਹਨ ਕਿ ਅਗਲਾ ਲੋਕ ਹੈ ਵੀ ਉੱਥੇ ਜਾਣਾ ਹੈ, ਤਾਂ ਸਾਧ ਸੰਗਤ ਸੱਚ ਕਰਕੇ ਜਾਣ ਲਓ ਕਿ ਅੱਗੇ ਜਾਣਾ ਹੈ। ਜੇਕਰ ਅੱਗੇ ਜਾਣਾ ਹੈ ਤੇ ਸਾਧ ਸੰਗਤ ਧਨ ਇਕੱਠਾ ਕਰ ਲਵੋ, ਨਾਮ ਦੀ ਪੂੰਜੀ ਇਕੱਠੀ ਕਰ ਲਵੋ, ਸਤ ਸੰਗਤ ਦੇ ਵਿੱਚ ਜਾ ਕੇ ਹਰੀ ਜਸ ਸਰਵਣ ਕਰ ਲਵੋ, ਜੋ ਤੁਹਾਡੇ ਨਾਲ ਚੱਲੇਗਾ। ਇਸ ਲਈ ਸਾਧ ਸੰਗਤ ਅੱਗੇ ਸੰਸਾਰੀ ਦੁਨਿਆਵੀ ਚੀਜ਼ ਕੋਈ ਵੀ ਨਾਲ ਨਹੀਂ ਚੱਲਦੀ ਹੈ। ਕੋਈ ਖਾਣ ਵਾਲੀ ਚੀਜ਼ ਨਾਲ ਨਹੀਂ ਚੱਲੇਗੀ, ਕੋਈ ਪਹਿਨਣ ਵਾਲੀ ਚੀਜ਼ ਨਾਲ ਨਹੀਂ ਚੱਲੇਗੀ, ਕੋਈ ਪੀਣ ਵਾਲੀ ਚੀਜ਼ ਨਾਲ ਨਹੀਂ ਚੱਲੇਗੀ। ਅੱਗੇ ਨਾਲ ਕੀ ਜਾਂਦਾ ਹੈ? ਸਿਰਫ ਪਰਮੇਸ਼ਰ ਦਾ ਨਾਮ ਹੀ ਨਾਲ ਚੱਲਦਾ ਹੈ। ਇਸ ਲਈ ਗੁਰੂ ਸਾਹਿਬ ਜੀ ਵਾਰ-ਵਾਰ ਕਹਿ ਰਹੇ ਹਨ,
ਆਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਲਾ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਲਾਲ ਕੱਢ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਅੱਗੇ ਜਾ ਕੇ ਸੁਖ ਪਾਵਾਂਗੇ, ਅੱਗੇ ਜਾ ਕੇ ਸੁਖ ਪਾਵਾਂਗੇ। ਅੱਗੇ ਜਾ ਕੇ ਸੁਖ ਪਾਵਾਂਗੇ, ਅੱਗੇ ਜਾ ਕੇ ਸੁਖ ਪਾਵਾਂਗੇ। ਕੱਟ ਕੇ ਘਰਾਂ ਨੂੰ ਚੱਲੀਏ, ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਕੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਸਾਧ ਸੰਗਤ ਜਰਾ ਵਿਚਾਰ ਕੇ ਵੇਖੀਏ ਕਿ ਮਾਤਾ ਦੇ ਉਦਰ ਦੇ ਵਿੱਚ ਕੌਣ ਰੱਖਿਆ ਕਰਦਾ ਸੀ। ਪਰਮੇਸ਼ਰ ਨੇ ਆਪਣਾ ਸਿਮਰਨ ਦੇ ਕੇ ਇਸ ਜੀਵ ਦੀ ਰੱਖਿਆ ਕੀਤੀ ਹੈ। ਇਹ ਸ਼ਬਦ ਗੁਰਬਾਣੀ ਦੇ ਅੰਦਰ ਆਉਂਦੇ ਹਨ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰੱਖਣ ਹਾਰੇ, ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਤੋਰਾ। ਇੱਕ ਪਾਣੀ ਦੀ ਬੂੰਦ ਤੋਂ, ਬਿੰਦ ਵੀਰਜ ਤੋਂ ਤੇ ਮਾਤਾ ਦੀ ਰਗਤ ਤੋਂ, ਦੋਨਾਂ ਦੇ ਮਿਲਾਪ ਤੋਂ ਇਹਦੀ ਉਤਪਤੀ ਹੋਈ ਹੈ। ਗੁਰੂ ਸਾਹਿਬ ਜਦਨ ਮੰਗੀ ਰਗਤ ਪਿਤਾ ਵਿਦ ਧਾਰਾ, ਸੂਰਤ ਮੂਰਤ ਕਰ ਆਪਾਰਾ। ਇਸ ਪਾਣੀ ਦੇ ਜਿਨ ਤੂੰ ਘਰਿਆ, ਮਾਟੀ ਗਲ ਦੇਵਰਾ ਕਰਿਆ, ਉਗਤ ਜੋਤ ਲੈ ਸੁਰਤ ਬਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ। ਰੱਖਣ ਹਾਰ ਸਮਾਰ ਜਨਾ, ਸਗਲੇ ਛੋੜ ਵਿਚਾਰ ਮਨਾ। ਬਾਕੀ ਸਾਰੇ ਵਿਚਾਰ ਛੱਡ ਦੇ। ਜਿਹਨੇ ਤੈਨੂੰ ਗਰਭ ਦੇ ਵਿੱਚ ਰੱਖਿਆ ਸੀ ਉਸ ਨੂੰ ਯਾਦ ਕਰ ਲੈ, ਗੁਰੂ ਸਾਹਿਬ ਜੀ ਆਖਦੇ ਹਨ। ਤੇ ਸਾਧ ਸੰਗਤ, ਬਿੰਦ ਬੀਰਜ ਅਤੇ ਮਾਤਾ ਦੀ ਰਗਤ ਤੋਂ ਕਿਸ ਤਰ੍ਹਾਂ ਦੇ ਨਾਲ ਉਸਨੇ ਸਰੀਰ ਬਣਾਇਆ ਹੈ, ਉਹਦੀ ਕੁਦਰਤ ਹੀ ਜਾਣੇ। ਸਰੀਰ ਬਣਾ ਕੇ ਫਿਰ ਮਾਤਾ ਦੇ ਉਦਰ ਦੇ ਵਿੱਚ ਇਸ ਨੂੰ ਉੱਠਾ ਰੱਖਦੇ ਹਨ, ਯਾਨੀ ਇਹਦਾ ਸਿਰ ਹੇਠ ਨੂੰ ਹੁੰਦਾ ਹੈ ਤੇ ਲੱਤਾਂ ਉਤਾਂ ਨੂੰ ਹੁੰਦੀਆਂ ਹਨ। ਗੁਰੂ ਸਾਹਿਬ ਜੀ ਦੇ ਮਹਾਵਾਕਾਂ ਮੁਖ ਤਲੈ, ਪੈਰ ਉੱਪਰੇ ਬਸੰਦੋ ਕੋਥੜੇ ਥਾਏ। ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸ ਦਾ ਨਾਏ। ਜਿਸ ਉਹਦੇ ਪੁੱਠਾ ਲਟਕਦਾ ਪਿਆ ਸੀ ਉਸ ਉਹਦ ਪਰਮੇਸ਼ਰ ਨੇ ਇਹਦੀ ਰੱਖਿਆ ਕੀਤੀ ਹੈ। ਜਿਸ ਨੇ ਇਹਦੀ ਰੱਖਿਆ ਕੀਤੀ ਹੈ, ਗੁਰੂ ਸਾਹਿਬ ਜਗਦਨ ਕਿ ਉਸ ਨੂੰ ਨਾ ਵਿਸਾਰ। ਜਿਹਨੇ ਤੇਰੀ ਰੱਖਿਆ ਕੀਤੀ ਹੈ ਜੀਵ, ਤੂੰ ਉਸ ਨੂੰ ਨਾ ਵਿਸਾਰ, ਤੂੰ ਹਮੇਸ਼ਾ ਉਸ ਨੂੰ ਯਾਦ ਕਰ। ਅੱਜ ਤੇ ਤੂੰ ਆਪਣੇ ਟੱਬਰ ਕਬੀਲੇ ਦੇ ਲਈ, ਪਰਿਵਾਰ ਦੇ ਵਾਸਤੇ ਬੜੇ ਯਤਨ ਉਪਾਅ ਕਰਦਾ ਹੈ, ਪਰ ਜਿਸ ਵਕਤ ਤੂੰ ਬਿਪਤਾ ਵਿੱਚ ਫਸਿਆ ਹੋਇਆ ਸੀ ਉਸ ਵਕਤ ਤੇਰੀ ਰੱਖਿਆ ਕਿਸੇ ਨੇ ਕੀਤੀ ਹੈ। ਇਸ ਲਈ ਗੁਰੂ ਸਾਹਿਬ ਜੀ ਵਾਰ-ਵਾਰ ਇਸ ਤਰ੍ਹਾਂ ਆਖਦੇ ਹਨ, ਜਦੋਂ ਪੁੱਠਾ ਲਟਕਾਇਆ ਤੈਨੂੰ ਬਈ ਉਹ ਦਿਨ ਯਾਦ ਕਰ ਲੈ। ਪੁੱਠਾ ਲਟਕਾਇਆ ਤੈਨੂੰ ਉਹ ਦਿਨ ਯਾਦ ਕਰ ਲੈ। ਉਹ ਦਿਨ ਵੀ ਯਾਦ ਕਰ ਲੈ, ਉਹ ਦਿਨ ਵੀ ਯਾਦ ਕਰ ਲੈ, ਉਹ ਦਿਨ ਵੀ ਯਾਦ ਕਰ ਲੈ, ਉਹ ਦਿਨ ਵੀ ਯਾਦ ਕਰ ਲੈ।
राखिया ए बहुर लागी माया वे ओ दिन याद कर ले उठा लटकाया मैनू ओ दिन याद कर ले साहिब भैया फिर तो फूलिया फूलिया साहिब भैया फिर तो फूलिया फूलिया जब 10 मास योग मुख रहता ये 100 दिन कैसे फूलिया ओ दिन याद कर ले उठा लटकाया मैनू ओ दिन याद कर ले माता दे उदर दे विच ये पुट्ठा सी 9 महीने माता दे गर्भ दे विच इसनूं पुट्ठा रखा गया पर उत्थे भी पार ब्रह्म परमेश्वर इहदी सहायता करते रहे यानी इसका जो रिजिक सी परमात्मा ने उत्थे इसनूं देता यदि रक्षा की है तो अज रिजिक की चिंता करता है अपने परिवार की चिंता करता है आखदा है कि मैं ना होवां ते बच्चा ने भुखे हो मर जाना है इन्हां दी प्रतिपाल कौन करेगा इसनों कन तो फड़ के कोई पूछे जदों तू माता दे उदर दे विच सी उस वक्त की कमांदा सी ते की खांदा सी तेरी प्रतिपाल कौन करदा सी इसलिए साध संगत गुरु साहब जी दे इस वचन नूं कंठ करो अपने हिरदे विच कि देने वाला पार ब्रह्म परमेश्वर है। गुरु साहब जी दृष्टांत दे के दसदे हैं कि कुमी जल माहे तन तिस बाहर पंख खीर तिन नाही पूर्ण परमानंद मनोहर समझ देख मन माही पाखण कीड़ गुप्त होए रहता ताचो मार्ग नाही कह धन्ना पूर्ण ताहू को मात्रे जी डराही। प्रमाण गर्दन कुमी यानी कच्छू की स्त्री कुमी जिस वक्त बच्चे देंदी है तो वार बरेती में आके देंदी है रेत दे विच बच्चे उथे दे के आप फिर पानी दे विच चली जाती है पर साध संगत पानी दे विच रहिंदी होई अपने बच्चों का वो ध्यान करती रहती है तो इसलिए ओदे ओ बच्चे पल जाते हैं गज के आखो सतनाम श्री वाहिगुरू। यानी सिर्फ जो कुमी का ध्यान है वही बच्चों की प्रतिपाल करता है। पार ब्रह्म परमेश्वर ने विधि ऐसी बना देती है इसलिए दूसरे बन्ने कूंजा अपने बच्चे छड़ के पहाड़ तो उतर आउंदियां हन ते साध संगत मन के अंदर परमेश्वर का सिमरन करदियां रहंदियां अपने बच्चों का ध्यान धरदियां हन उन्हां दे बच्चे उत्थे पल जाते हैं। जेकर एक पंछियां दे बच्चे पल सकते हैं ते बिना माई बाप दे ते साध संगत तुहाडे बच्चे पालन वाला भी पार ब्रह्म परमेश्वर है पर जेकर उसदे परायण हो जाइए उसदे बन जाइए तो सब कुछ देंदा है। जेकर पुरुष अपनी चिंता आप करन लग पवे कि मैं ही सब कुछ करन वाला हाँ ते जान लो फिर परमेश्वर अगे नहीं होंदा। रखिया वो तद करता है जिस वक्त चतुराइयां छड़ देवे सियाणपा छड़ देवे अपने आपे नूं गाल देवे परमेश्वर दा बन जावे तो पार ब्रह्म परमेश्वर इहदे बन जाते हैं ते सारे कारज दे रस करते हैं। जिवें भगत धन्ना जी आखदे हैं गोपाल तेरा आरता जो जन तुमरी भगत करन ते तिनके काज सवारता। जो तेरी बंदगी करते हैं प्रभु तो उन्होंने
ਕਾਰਜ ਰਾਸ ਕਰਦਾ ਹੈ। ਇਸ ਲਈ ਸਾਧ ਸੰਗਤ ਇਹ ਰੱਖਿਆ, ਇਸ ਜੀਵ ਦੀ ਰੱਖਿਆ ਪਰਮੇਸ਼ਰ ਕਰਦੇ ਹਨ ਮਾਤਾ ਦੇ ਉਦਰ ਦੇ ਵਿੱਚ। ਫਿਰ ਜਨਮ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇਹਦੀਆਂ 10 ਅਵਸਥਾ ਦੱਸੀਆਂ ਹਨ ਕਿ ਪਰਮੇਸ਼ਰ ਤੋਂ ਕਿਵੇਂ ਵਿਛੜਦਾ ਹੈ। ਪਹਿਲੀ ਅਵਸਥਾ ਦੇ ਵਿੱਚ ਸੰਸਾਰ ਦੇ ਵਿੱਚ ਆ ਕੇ ਜਿਸ ਉਹ ਸੰਸਾਰ ਦੇ ਵਿੱਚ ਆਉਂਦਾ ਹੈ, ਥੋੜ੍ਹੇ ਚਿਰ ਤੋਂ ਬਾਅਦ ਇਸ ਨੂੰ ਭੁੱਖ ਲੱਗ ਜਾਂਦੀ ਹੈ। ਫਿਰ ਸਾਧ ਸੰਗਤ ਇਹਦਾ ਆਹਾਰ ਪਰਮਾਤਮਾ ਨੇ ਪਹਿਲੇ ਬਣਾ ਕੇ ਰੱਖਿਆ ਹੁੰਦਾ ਹੈ ਤੇ ਮਾਤਾ ਦੁਆਰੇ ਇਸ ਨੂੰ ਦੁੱਧ ਮਿਲਦਾ ਹੈ, ਇਸ ਦਾ ਰਿਜ਼ਕ ਇਸ ਨੂੰ ਮਿਲਦਾ ਹੈ। ਇਸ ਲਈ ਪਹਿਲਾ ਪਿਆਰ ਲੱਗਾ ਥਣ ਦੁੱਧ। ਪਹਿਲੇ ਗੁਰੂ ਸਾਹਿਬ ਜੀ ਨੂੰ ਪਹਿਲੀ ਅਵਸਥਾ ਦੇ ਵਿੱਚ ਮਾਤਾ ਦੇ ਦੁੱਧ ਦੇ ਨਾਲ ਪ੍ਰੀਤ ਕਰਦਾ ਹੈ। ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ। ਦੂਸਰੀ ਅਵਸਥਾ ਵਿੱਚ ਆਪਣੇ ਮਾਈ ਬਾਪ ਦੀ ਸੁਧ ਕਰਦਾ ਹੈ, ਕਿਉਂਕਿ ਮਾਤਾ ਵਾਰ-ਵਾਰ ਹੀ ਆਖਦੀ ਹੈ, ਪੁੱਤਰ ਇਹ ਤੇਰੇ ਡੈਡੀ ਹਨ, ਇਹ ਤੇਰੇ ਭਰਾ ਹਨ, ਇਹ ਤੇਰੀ ਭੈਣ ਹੈ। ਯਾਨੀ ਇਸ ਤਰ੍ਹਾਂ ਨਾਲ ਸਾਕ ਰਿਸ਼ਤੇਦਾਰਾਂ ਨੂੰ ਰਟਾਉਂਦੀ ਰਹਿੰਦੀ ਹੈ ਕਿ ਆਹ ਬੋਲ, ਤੂੰ ਆਹ ਕੁਛ ਕਰ, ਤੇ ਬੱਚਾ ਵਿਚਾਰਾ ਕਿਆ ਕਰੇ। ਜੋ ਉਸ ਨੂੰ ਸਿਖਾਉਣਾ ਹੈ ਸਾਧ ਸੰਗਤ, ਉਹੀ ਕੁਛ ਉਹ ਸਿੱਖੇਗਾ। ਇਸ ਤਰ੍ਹਾਂ ਦੇ ਨਾਲ ਫਿਰ ਮਾਈ ਬਾਪ ਦੀ ਸੁਧ ਕਰਨ ਲੱਗ ਪੈਂਦਾ ਹੈ। ਸਿਰਫ ਮਾਈ ਬਾਪ ਕੋਲ ਨੂੰ ਜਾਂਦਾ ਔਰ ਦੂਸਰੇ ਕੋਲ ਨਹੀਂ ਚੁੱਕ ਹੁੰਦਾ, ਜਦ ਕਿ ਬਿਲਕੁਲ ਛੋਟਾ ਹੁੰਦਾ ਹੈ ਪਰ ਇਹਨੂੰ ਮਾਂ ਬਾਪ ਦੀ ਸੁਧ ਹੋ ਜਾਂਦੀ ਹੈ। ਇੰਨੀ ਛੋਟੀ ਅਵਸਥਾ ਦੇ ਵਿੱਚ ਇਹਦੇ ਉੱਤੇ ਮਾਇਆ ਅਸਰ ਕਰ ਜਾਂਦੀ ਹੈ। ਦੂਜਾ ਮਾਏ ਬਾਪ ਕੀ ਸੁਧ। ਫਿਰ ਤੀਜਾ ਭਇਆ ਭਾਬੀ ਵੇਵ। ਤੀਸਰੀ ਅਵਸਥਾ ਜਦੋਂ ਆਉਂਦੀ ਹੈ, ਫਿਰ ਇਹ ਆਪਣੇ ਭਰਾ ਅਤੇ ਭਰਜਾਈ ਨੂੰ ਪਛਾਣਨ ਲੱਗ ਪੈਂਦਾ ਹੈ ਜਾਂ ਭੈਣ ਨੂੰ ਪਛਾਣਨ ਲੱਗ ਪੈਂਦਾ ਹੈ। ਤੀਜਾ ਭਇਆ ਭਾਬੀ ਬੇਵ। ਚੌਥਾ ਪਿਆਰੋ ਪੰਨੀ ਖੇਡ। ਜਦੋਂ ਚੌਥੀ ਅਵਸਥਾ ਆਉਂਦੀ ਹੈ, ਫਿਰ ਇਹ ਖੇਡਾਂ ਨਾਲ ਪਿਆਰ ਕਰਦਾ ਹੈ। ਮਾਤਾ ਪਿਤਾ ਕੋਈ ਖਿਡੌਣਾ ਲਿਆ ਕੇ ਦੇ ਦਿੰਦੇ ਹਨ, ਫਿਰ ਇਹ ਉਹਦੇ ਨਾਲ ਪਿਆ ਖੇਡਦਾ, ਦਿਨਾਂ ਰਾਤ ਖੇਡ ਖੇਡ ਕੇ ਇਹ ਰੱਜਦਾ ਨਹੀਂ ਹੈ। ਇਸ ਲਈ ਚੌਥਾ ਪਿਆਰ ਉਹ ਪੰਨੀ ਖੇਡ। ਪੰਜਵਾਂ ਖਾਣ ਪੀਣ ਕੀ ਧਾਤ। ਪੰਜਵੀਂ ਅਵਸਥਾ ਖਾਣੇ ਪੀਣੇ ਦੀ ਹੁੰਦੀ ਹੈ। ਮਾਤਾ ਪਿਤਾ ਨਾਲ ਕਿਤੇ ਬਾਜ਼ਾਰ ਜਾਂਦਾ ਹੈ ਤੇ ਵਾਰ-ਵਾਰ ਦੁਕਾਨਾਂ ਵੱਲੋਂ ਦੇਖਦਾ, ਮੈਨੂੰ ਉਹ ਕੁਛ ਲੈ ਦੇ ਖਾਣ ਨੂੰ, ਮੈਨੂੰ ਉਹ ਕੁਛ ਲੈ ਦੇ। ਇਸ ਲਈ ਪੰਜਵਾਂ ਚੌਥਾ ਪਿਆਰੋ ਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਧਾਤ। ਹੁਣ ਇਹ ਪੰਜ ਅਵਸਥਾ ਜੋ ਸੀ ਇਹ ਬਾਲਕ ਅਵਸਥਾ ਗਿਣੀਆਂ ਜਾਂਦੀਆਂ ਹਨ। ਇਹਦੇ ਵਿੱਚ ਇਸ ਨੂੰ ਨਾਬਾਲਗ ਵੀ ਕਿਹਾ ਜਾਂਦਾ ਹੈ, ਕਿਉਂਕਿ ਆਪਣੇ ਆਪ ਹੀ ਕੁਛ ਨਹੀਂ ਕਰਦਾ, ਮਾਤਾ ਪਿਤਾ ਦੇ ਆਸਰੇ ਤੇ ਹੀ ਕਰਦਾ ਹੈ। ਇਸ ਤੋਂ ਅੱਗੇ ਜੋ ਅਵਸਥਾ ਆਉਂਦੀ ਹੈ ਪਰਜਵਾਨੀ ਦੀ, ਤੇ ਸਾਧ ਸੰਗਤ ਉਹਦੇ ਵਿੱਚ ਆਪਣੇ ਪੈਰਾਂ 'ਤੇ ਆਪ ਖੜਾ ਹੁੰਦਾ ਹੈ। ਹੁਣ ਗੁਰੂ ਸਾਹਿਬ ਜੀ 6ਵੀਂ ਅਵਸਥਾ ਦੱਸਦੇ ਹਨ। ਪੰਜਵਾਂ ਖਾਣ ਪੀਣ ਕੀ ਧਾਤ, ਛੇਵਾਂ ਕਾਮਨਾ ਪੁੱਛਿਆ ਜਾਤ। 6ਵੀਂ ਅਵਸਥਾ ਵਿੱਚ ਇਹਦੇ ਤੇ ਕਾਮ ਆ ਕੇ ਇਹਦੇ ਹਿਰਦੇ ਵਿੱਚ ਵਸ ਜਾਂਦਾ, ਅਸਰ ਕਰ ਜਾਂਦਾ ਹੈ। ਫਿਰ ਇਹ ਜਾਤ ਗੋਤ ਕੁਛ ਨਹੀਂ ਦੇਖਦਾ। 6ਵਾਂ ਕਾਮਨਾ ਪੁੱਛਿਆ ਜਾਤ। 7ਵਾਂ ਸੰਝ ਕੀਆ ਘਰਵਾਸ। ਜਿਸੋ 7ਵੀਂ ਅਵਸਥਾ ਆਉਂਦੀ ਹੈ, ਵਿਆਹ ਵਰਿਆ ਜਾਂਦਾ ਹੈ, ਵੱਡਾ ਹੁੰਦਾ, ਧਨ ਖੱਟ ਕੇ ਲਿਆਂਦਾ, ਆਪਣੇ ਘਰ ਦੇ ਵਿੱਚ ਲਿਆ ਕੇ ਧਨ ਰੱਖ ਕੇ ਉਸ ਨੂੰ ਭਰਦਾ ਹੈ। 7ਵਾਂ ਸੰਝ ਕੀਆ ਘਰਵਾਸ। 8ਵਾਂ ਕ੍ਰੋਧ ਹੋਆ ਤਨ ਨਾਸ। ਹੁਣ 8ਵੀਂ ਅਵਸਥਾ ਆਉਂਦੀ ਹੈ, ਹੁੰਦਾ ਕੁਛ ਨਹੀਂ, ਬਿਸਤਰ ਤੇ ਪਿਆ ਹੁੰਦਾ ਹੈ। ਬਿਰਧ ਅਵਸਥਾ ਆ ਜਾਂਦੀ ਹੈ ਤੇ ਫਿਰ ਇਹ ਗੁੱਸਾ ਹੁੰਦਾ ਮਨ ਦੇ ਅੰਦਰ ਹੀ। ਗੁੱਸੇ ਦੇ ਨਾਲ ਇਹਦਾ ਸਰੀਰ ਜੋ ਹੈ ਉਹ ਸੁੱਕਣ ਲੱਗ ਪੈਂਦਾ ਹੈ। 8ਵਾਂ ਕ੍ਰੋਧ ਹੋਆ ਤਨ ਨਾਸ। 9ਵਾਂ ਧੌਲੇ ਉੱਭੇ ਸਾਹ। 9ਵੀਂ ਅਵਸਥਾ ਬਿਸਤਰ ਦੇ ਪਿਆ ਹੁੰਦਾ ਹੈ, ਬਾਲ ਬੱਚੇ ਕਿਹਾ ਨਹੀਂ ਮੰਨਦੇ, ਇਹਦੇ ਸਾਹਮਣੇ ਕੰਮ ਜੋ ਵਿਗੜਦਾ ਪਿਆ ਹੁੰਦਾ ਹੈ ਤੇ ਸੋਚਦਾ ਰਹਿੰਦਾ ਬਿਸਤਰ ਦੇ ਪਿਆ ਕਿ ਪਹਿਲੇ ਮੈਂ ਕਰ ਲੈਂਦਾ ਸੀ ਜਦੋਂ ਮੇਰੀਆਂ ਲੱਤਾਂ ਚੱਲਦੀਆਂ ਸਨ, ਪਰ ਹੁਣ ਮੇਰੇ ਕੋਲੋਂ ਕੁਛ ਨਹੀਂ ਹੁੰਦਾ। ਹੁਣ ਇਹ ਘਰ ਦਾ ਕੰਮ ਬਾਲ ਬੱਚੇ ਕਰਦੇ ਨਹੀਂ, ਕੀ ਕਰਾਂ। ਫਿਰ ਇਹ ਉੱਭੇ ਸਾਹ ਲੈਣ ਲੱਗ ਪੈਂਦਾ ਹੈ। ਬਾਬਾ ਫਰੀਦ ਜੀ ਨੇ ਆਖਿਆ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਉਮ, ਅੱਜ ਫਰੀਦਾ ਕੋਜੜਾ ਸਹਿ ਕੋਹਾਂ ਥੀਉਮ। ਬਾਬਾ ਫਰੀਦ ਜੀ ਆਖਦੇ ਨੇ, ਇੰਨੀਆਂ ਨਿੱਕੀਆਂ ਨਿੱਕੀਆਂ ਜੰਗਾਂ ਨਾਲ ਮੈਂ ਸਾਰਾ ਸੰਸਾਰ ਗਾਹ ਦਿੱਤਾ। ਹੁਣ ਬਿਰਧ ਅਵਸਥਾ ਆਈ ਹੈ, ਔਰ ਸਾਹਮਣੇ ਪਿਆ ਹੋਇਆ ਕੁੱਜਾ ਸੈਂਕੜੇ ਕੋਹਾਂ ਤੇ ਪ੍ਰਤੀਤ ਹੋ ਰਿਹਾ ਹੈ, ਕਿਉਂਕਿ ਲੱਤਾਂ ਜੋ ਨਹੀਂ ਚੱਲਦੀਆਂ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਉਮ, ਅੱਜ ਫਰੀਦਾ ਕੋਜੜਾ ਸਹਿ ਕੋਹਾਂ ਥੀਉਮ। ਇਸ ਲਈ 9ਵਾਂ ਧੌਲੇ ਉੱਭੇ ਸਾਹ। ਫਿਰ 10ਵੀਂ ਅਵਸਥਾ ਆ ਜਾਂਦੀ ਹੈ, ਜਾਮੇ ਦੇ ਸਾਹਮਣੇ ਖੜਾ ਹੋ ਜਾਂਦਾ ਹੈ ਤੇ ਸਾਧ ਸੰਗਤ ਫਿਰ ਕੀ, ਫਿਰ ਇਹਦੇ ਪ੍ਰਾਣ ਕੱਢ ਕੇ ਲੈ ਜਾਂਦਾ ਹੈ।
फिर दसवें दद्दा हुआ स्वाहा। इसलिए गुरु साहब जगदन कि है पुरुष तू संसार दे विच रता होया परमेश्वर नूं याद नहीं कर रहा, आखिरकार तू मर जाना, उठ के चलिया जाना है, पर पार ब्रह्म परमेश्वर नूं याद कर लै। जिस घर दे विच तू रह रहा वो घर तेरा नहीं, जिस शरीर दे विच तू रह रहा ये शरीर भी तेरे नाल नहीं चलेगा, जिस देश दे विच जिस पिंड दे विच तू वसदा है ये भी एक दिन नाश हो जाना है, जिस मंडप दे विच तू वस रहा ये मंडप भी एक दिन खत्म हो जाएगा। उस पार ब्रह्म परमेश्वर नूं याद कर लै, नहीं तो फिर पश्चाताप करेगा। इस तरह गुरु साहब जी आखदे हन ए दुनिया सुहावा बाग एक दिन छड़ जाना, दुनिया सुहावा बाग एक दिन छड़ जाना, पंख बरौनी दुनी सुहाग, नव तो बजी सुबह से ए चलन का कर साज एक दिन छड़ जाना, दुनिया सुहाग एक दिन छड़ जाना, सवाल तन 20 श्रवण 30 का सुंदर कहावे। गुरु साहब जी दो होर शब्द उच्चारण करते हैं, अवस्था बारे फरमान करते हैं 10 बाल तन ते 10 साल की उम्र यदि बाल अवस्था की गिनी जाती है, 20 साल की उम्र किशोर अवस्था होती है। 10 बाल तन 20 श्रवण 30 का सुंदर कहावे, 30 साल का पर जवानी का होंदा है, 40 सी पर होए 85, 40 साल की उम्र नौ लंघ के 50 साल की उम्र में जिस वक्त पैर रखता है तो फिर ये बड़ेपा आन लग पैंदा है। ते 60 के बड़ेपा आवे, 70 का मतहीन जदों 70 साल की उम्र होंदी है तो ये अगे बाल बच्चे इसनों कहन लग पैंदे हन कि बापू तेरी मत टिकाने नहीं है, क्योंकि ये कोई चंगी गल नहीं करता, फिर इधर उधर आल पटालियां मारता है। इसलिए गुरु साहब याद कि 70 का मतहीन 80 का व्यवहार न पावे। जिस वक्त 80 साल की उम्र होंदी है फिर कोई काम कार नहीं कर सकता। 90 का सहजासनी जदों 90 साल की उम्र होंदी है फिर सहजा दे प्या रहिंदा है, मूल ना जाने आप वल अपने बल नूं फिरे जानदा नहीं, क्रियाक्रम भी होर ही करते हैं, यानी बाहर अंदर जाने की भी इन्हूं सुध नहीं रह जाती, बिस्तर ते पिया सब कुछ करता रहिंदा, बल नूं नहीं जानदा, उठ के नहीं जाता। इसलिए 90 का सहजासनी मूल ना जाने आप वल, टंडोलम ढूंढम डिठ में नानक जग तूहेगा तौल हर।
इसलिए गुरु साहब याद हैं कि पुरुष तै कुछ नहीं कीता, तैनू जिन्हें शरीर देता है, जिस बार ब्रह्म परमेश्वर ने तेरे ते कृपा की तै उन्होंने याद नहीं किया। 12 वर्ष बालपन बीते, 20 वर्ष कछ तापन कियो, 30 वर्ष कछ देव न पूजा, फिर पछताना बिरध भयो, मेरी मेरी करते जन्म गयो। फिर जिस वक्त बड़ेपा आ जाना है फिर पछतावेंगा कि हुण ते बुढ़े हो गए, की कीता जावे। साध संगत देखद्या देखद्या अवस्था बदल रही है। जवानी भी इसे शरीर ते आई, पहले बालपना इस शरीर ते आया, और देखद्या देखद्या बालपना बदल गया। फिर जवानी आई, जवानी भी इस शरीर नूं देखद्या देखद्या ही बदल गई। जो सिर दे केस सन, दाढ़ी दे केस काले सन, वो देखद्या देखद्या ही बदल गए, वो चिट्टे हो गए। वो चिट्टा रंग लिया के किसने ला दिता है इन्हों? बड़ी हैरानी वाली गल है साध संगत, ये देखदे सब कुछ बदल रहा है, यदा शरीर ही बदल रहा है। फिर जो बदलाव कर रहा है उसनों फिर नहीं याद करता। जो पार ब्रह्म परमेश्वर कादर करण हार करीम है उसनों याद नहीं करता है। भगत कबीर जी आखदे हन कि अपने केसां वाल देख देख फरीदा जे थिया, दाढ़ी होई भूर, अगों नेड़ा आया, पिछा रहा दूर। जिस वक्त हुण चिट्टे केस हो गए दाढ़ी दे, हुण समझ लै भी अग्गा नेड़े आ गया, परलोक वाला रास्ता नेड़े है ते पिछा दूर रह गया है। इसलिए हुणे बार ब्रह्म परमेश्वर नूं याद कर लै, अजहु कछ बिगड़ियो नहीं जो प्रभ गुण गावे, कहो नानक तह भजन दे निर्भय पद पावे। इसलिए साध संगत नाम जप्या करो। जिसने सब कुछ देता है, खाण नो पीण नो पहनण वा साग संबंधी रिश्तेदार देते हैं, जिसने सब कुछ देता है उसनों फिर क्यों नहीं है जीव याद करता? उसनों याद करया करो जो सब कुछ दे रहा है। एक बार सीख नूं आख्या कि बई परमेश्वर का नाम जपो। कहने लगे बाबा जी जेकर सारे नाम जपण लग पे फिर कमा के कौन खुआवेगा? फिर तो कमाने वाला कोई रहना नहीं। असी क्या भी तैनों इस गल की कादी चिंता है? साध संगत एक टटीरी होंदी है, और टटीरी जड़ी है वो रात को जिस वक्त सौंदी है आखदे हैं कि उपर नूं लत्तां करके सौंदी। कहते वो कहती जेकर आसमान डिग्या तो मैं बोझ तो लवांगी। दसो भी एक निक्का जिहा जानवर उन्हें भरम हो रहा है कि आसमान डिग जाएगा, आसमान डिग्या तो मैं अपनी लत्तां से बोझ लेना है। और इस तरह के बहुत पुरुषों को यह भरम है कि जेकर असी ना कमाया तो सारिਆਂ ने भुखे मर जाना है। तो असी उसनों आख्या बई तू चिंता छड़ दे, ਜਿਹੜੇ देवते कुछ नहीं करते, डखा जिन्ना भी तोड़ते नहीं, परमेश्वर का नाम जपते हैं, पार ब्रह्म परमेश्वर ने उन्होंने की दिता पता तेनों? कहने लगा जी नहीं। तो साध संगत ਜਿਹੜੇ नाम जपते हैं दुनियावी काम कोई नहीं करते, उन्होंने वास्ते पार ब्रह्म परमेश्वर ने पारजात दरख्त बनाया है। और जो भी वो कोल जाके मंग लैण दे देंदा है। कामदेन गौ उन्होंने वास्ते बनाई है जो नाम जपते हैं। तो साध संगत कामदेन गौ दे नाल बड़े बड़े जग किए जाते हैं। सारिया समग्रियां कामदेन गौ तो संत जान लेंदे हैं, पर जेड़े नाम जपते हैं यानी परमेश्वर उन्होंने भी दे रहा सब कुछ, जेड़े संसार का डखा जिन्ना भी तोड़ते नहीं, काम नहीं करते। इसलिए साध संगत मत भरम करो कि वे असी भी नाम जपण लग पे तो फिर और काम के नहीं करना है। नाम जपण लग पाओ, दुनियावी काम बेशक ना करो, पार ब्रह्म परमेश्वर आपे ही वसीला बनाउणगे। रिजक अपने आप ही तुहानूं सब दे अपने जिथे मर्जी देवेगा तुहानूं। काहे रे मन चित वह उद्यम जा आहार हर जो बरिया, सैल पत्थर मैं जान तो पाए तांगा रिजक आगे कर धरिया। स्नान तो पावर इत्थे ही है कि सिर्फ नाम का जपना करो, नाम की कमाई करो, गुरबाणी का जप करो, परमेश्वर के चरणों नाल सुरत नूं जोड़ो। बाकी वाद विरोध जो है इसनूं त्याग देवो, द्वैत भावना नूं छड़ देवो, शराब का सेवन ते मीट का सेवन छड़ देवो। जो होर बीड़ियां सिगरटा तंबाकू वगैरह खांदे हैं उन्होंने चाहिए है कि वह जे नशे छड़ देवो, सिर्फ परमेश्वर का नाम जपो। तो साध संगत नाम जपण करके 9 निद्दा 18 सिद्धा घर दे विच आ जाया करदियां हन। गज के आखो सतनाम श्री वाहिगुरू।